ਜਿਹੜੇ ਕਿ ਅੱਜ ਨਾਲ ਬੈਠੇ ਨੇ ਡਾਕਟਰ ਸਨੀ ਵੱਲੋਵਾਲੀਆ ਨੇ, ਤਰਵਿੰਦਰ ਸਿੰਘ ਗੋਲਡੀ ਨੇ, ਮੈਡਮ ਪ੍ਰਭਜੋਤ ਕੌਰ ਨੇ ਤੇ ਮੈਡਮ ਰਾਜ ਕੌਰ ਗਿੱਲ ਨੇ। ਇਹਨਾਂ ਦੇ ਨਾ ਸਿਰਫ ਸੱਟਾਂ ਵੱਜੀਆਂ, ਇਹਨਾਂ ਤੇ ਕੇਸ ਵੀ ਪਾਏ ਗਏ। ਸੋ ਜਵਾਬ ਦੇਣ ਦੀ ਬਜਾਏ ਇਹ ਧੱਕੇਸ਼ਾਹੀ ਨਾਲ ਇੱਕ ਪੀਸਫੁਲ ਪ੍ਰੋਟੈਸਟ ਦਾ ਜਵਾਬ ਦਿੱਤਾ ਗਿਆ। ਸੋ ਇਹਦੇ ਬਾਰੇ ਬਾਕੀ ਜੋ ਵੀ ਵਿਸਤਾਰਕ ਜਾਣਕਾਰੀ ਹੈ ਮਿਸਟਰ ਕੰਤ ਨੂੰ। ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਹੈ, ਧੰਨਵਾਦ ਤੁਹਾਡਾ। ਮੇਰੇ ਨਾਲ ਇਸ ਪ੍ਰੈਸ ਕਾਨਫਰੰਸ 'ਚ ਸਾਡੇ ਸੀਨੀਅਰ ਲੀਡਰ ਡਾਕਟਰ ਸਨੀ ਆਹਲੂਵਾਲੀਆ ਜੀ, ਸਾਡੇ ਸੀਨੀਅਰ ਸਪੋਕਸਪਰਸਨ ਅਹਿਬਾਬ ਗਰੇਵਾਲ ਸਾਹਿਬ, ਮੋਹਾਲੀ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਔਰ ਪਲਾਨਿੰਗ ਬੋਰਡ ਦੇ ਚੇਅਰਪਰਸਨ ਮੈਡਮ ਪ੍ਰਭਜੋਤ ਕੌਰ, ਪੰਜਾਬ ਸਟੇਟ ਯੂਥ ਡਿਵੈਲਪਮੈਂਟ ਬੋਰਡ ਦੇ ਜਿਹੜੇ ਸਾਡੇ ਨੌਜਵਾਨ ਆਗੂ ਹੈ ਪਰਮਿੰਦਰ ਜਸਵਾਲ ਜੀ, ਔਰ ਸਾਡੇ ਆਮ ਆਦਮੀ ਪਾਰਟੀ ਦੇ ਐਕਟਿਵਿਸਟ ਰਾਜ ਕੌਰ ਜੀ ਇਸ ਪ੍ਰੈਸ ਕਾਨਫਰੰਸ ਰਹਿਣਗੇ। ਦੋ ਇਸ਼ੂ ਹੈ, ਇੱਕ ਤੇ ਜਿਸ ਤਰ੍ਹਾਂ ਅਹਿਬਾਬ ਜੀ ਨੇ ਦੱਸਿਆ ਜਿਹੜੀ ਜ਼ਿਆਦਤੀ ਭਾਜਪਾ ਕਰ ਰਹੀ ਹੈ ਅਡਾਨੀ ਨੂੰ ਬਚਾਉਣ ਲਈ, ਲੇਕਿਨ ਉਸ ਤੋਂ ਵੀ ਇੱਕ ਪਹਿਲਾਂ ਕੱਲ ਜਿਹੜਾ ਗਵਰਨਰ ਸਾਹਿਬ ਨੇ ਜਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ ਪੰਜਾਬ ਦੀ ਚੁਣੀ ਹੋਈ ਸਰਕਾਰ ਦੇ ਅਫੇਅਰਸ 'ਚ ਇੰਟਰਫੇਅਰ ਕੀਤਾ, ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਜਾਣੂ ਕਰਾਉਣਾ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਿ ਅੰਡਰ ਆਰਟੀਕਲ 157 ਗਵਰਨਰ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਤੋਂ ਜਵਾਬ ਤਲਬੀ ਕਰ ਸਕਦੇ ਆ। ਲੇਕਿਨ ਮੈਂ ਗਵਰਨਰ ਸਾਹਿਬ ਨੂੰ ਇੱਥੇ ਦਰੁਸਤ ਕਰਨਾ ਚਾਹੂੰਗਾ, not only honorable governor, even ਮਾਨਯੋਗ ਮੁੱਖ ਮੰਤਰੀ ਪੰਜਾਬ both are accountable for the Constitution of India। ਕਿਸੇ ਇੰਡੀਵਿਜੂਅਲ ਦੇ ਵਾਸਤੇ ਕੋਈ ਜਵਾਬਦੇਹ ਨਹੀਂ ਹੈ। ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਹੈ ਐਂਡ ਗਵਰਨਰ ਸਾਹਿਬ will act on the aid and advice Council of Ministers। ਗਵਰਨਰ ਸਾਹਿਬ ਨੂੰ ਇਹ ਆਰਟੀਕਲ 163 ਕਹਿੰਦਾ ਹੈ। ਇਹ ਗੱਲ ਮੈਂ ਮੰਨਦਾ ਉਹਨਾਂ ਦੀ ਕਿ ਆਰਟੀਕਲ 157 ਦੇ ਹਿਸਾਬ ਨਾਲ ਉਹਨਾਂ ਨੇ ਕਹਿਤਾ ਕਿ ਸੀਐਮ ਸਾਹਿਬ ਅਕਾਊਂਟੇਬਲ ਹੈ, ਲੇਕਿਨ ਮੈਂ ਉਹਨਾਂ ਨੂੰ ਦਰੁਸਤ ਕਰਾਂ। ਪਹਿਲੀ ਗੱਲ ਤੇ ਮੁੱਖ ਮੰਤਰੀ ਜੀ ਹੋਣ ਚਾਹੇ ਗਵਰਨਰ ਸਾਹਿਬ ਹੋਣ, both are accountable for the Constitution of India। Secondly, under article 163 governor ਸਾਹਿਬ will act on the aid and advice Council of Ministers। ਗਵਰਨਰ ਸਾਹਿਬ ਮੋਰਲ ਹੈਡ ਹੈ। ਗਵਰਨਰ ਸਾਹਿਬ ਨੂੰ ਕੋਈ ਇਸ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ਔਰ ਖਾਸ ਕਰ ਡੇ ਟੂ ਡੇ ਅਫੇਅਰਸ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ। ਔਰ ਮੈਂ ਜ਼ਿਕਰ ਕਰੂੰਗਾ ਇੱਥੇ ਇੱਕ ਕੇਸ ਹੈ ਸ਼ਮਸ਼ੇਰ ਸਿੰਘ ਵਰਸਸ ਸਟੇਟ ਆਫ ਪੰਜਾਬ। ਸੁਪਰੀਮ ਕੋਰਟ ਨੇ ਇੱਥੇ ਬੜਾ ਕਲੈਰੀਫਾਈ ਕੀਤਾ ਹੈ ਔਰ ਸਪਿਰਿਟ ਆਫ ਕਨਸਟੀਟਿਊਸ਼ਨ ਵੀ ਇਹ ਕਹਿੰਦੀ ਆ ਗਵਰਨਰਸ ਰੋਲ ਇਜ਼ ਅਸਿਸਟ ਟੂ ਚੀਫ ਮਿਨਿਸਟਰ ਆਫ ਸਟੇਟ ਐਂਡ ਡਰਾਫਟਿੰਗ ਕਮੇਟੀ ਸੀ ਜਿਹੜੀ ਸਾਡੀ ਕਨਸਟੀਟਿਊਸ਼ਨ ਦੀ, ਔਰ ਉਹਦੇ ਹੈੱਡ ਸੀ ਡਾਕਟਰ BR ਅੰਬੇਡਕਰ ਸਾਹਿਬ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਆਜ਼ਾਦੀ ਦੇ ਦੌਰਾਨ ਸੰਵਿਧਾਨ ਦਾ ਨਿੱਘ ਮਾਣ ਰਹੇ ਹਾਂ। ਅੰਬੇਡਕਰ ਸਾਹਿਬ ਨੇ ਡਰਾਫਟਿੰਗ ਕਮੇਟੀ 'ਚ ਕਿਹਾ the drafting committee felt as everybody in the house knows that the governor is not to have any kind of function, to use a similar phraseology, no function which is required to discharge either in his discretion or in his individual judgment according to the principle of constitution। ਇਹ ਗੱਲ ਨੋਟ ਕਰਨ ਵਾਲੀ ਆ। ਅੰਬੇਡਕਰ ਸਾਹਿਬ ਇਹ ਗੱਲ ਕਹਿ ਰਹੇ ਆ ਅਕਾਰਡਿੰਗ ਟੂ ਦਾ ਪ੍ਰਿੰਸੀਪਲ ਆਫ ਦਾ ਕਨਸਟੀਟਿਊਸ਼ਨ ਹੀ ਇਜ਼ ਰਿਕੁਆਇਰਡ ਟੂ ਫੋਲੋ ਦਾ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਇਹ ਡੈਮੋਕ੍ਰੇਸੀ ਆ, ਇਹ ਪ੍ਰਜਾਤੰਤਰ ਹੈ। ਇੱਕ ਬੜਾ ਵੱਡਾ ਸਵਾਲ ਹੈ ਮੇਰਾ ਬੀਜੇਪੀ ਨੂੰ ਔਰ ਗਵਰਨਰ ਸਾਹਿਬ ਨੂੰ, ਜਿੱਥੇ ਨੌਨ ਬੀਜੇਪੀ ਸਰਕਾਰ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪੰਜਾਬ ਨੂੰ ਛੱਡ ਦਿਓ ਤੁਸੀਂ, ਇਹ ਕਹਿੰਦੇ ਦਿੱਲੀ ਨੂੰ ਵੀ ਮੈਂ ਛੱਡਿਆ। ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਔਰ ਪੰਜਾਬ ਸਰਕਾਰ ਹੈ ਨਾ। ਵੈਸਟ ਬੰਗਾਲ ਕਿਹੜੀ ਸਾਡੀ ਸਰਕਾਰ ਹੈ, ਕੇਰਲਾ ਕਿਹੜੀ ਸਾਡੀ ਸਰਕਾਰ ਹੈ, ਤਾਮਿਲਨਾਡੂ ਕਿਹੜੀ ਸਾਡੀ ਸਰਕਾਰ ਹੈ, ਔਰ ਮਹਾਰਾਸ਼ਟਰ 'ਚ ਜਿਹੜੇ ਗਵਰਨਰ ਹੁਣ ਹਟਾਏ ਗਏ ਆ ਉੱਥੇ ਸਰਕਾਰ ਨੇ ਖੁਸ਼ੀ ਮਨਾਈ ਹੈ।
ਇਹ ਵੱਡਾ ਸਵਾਲ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਔਰ ਗਵਰਨਰ ਸਾਹਿਬ ਨੂੰ ਮੇਰਾ, ਕਿ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਹੈ ਉੱਥੇ ਹੀ ਗਵਰਨਰ ਇਸ ਤਰ੍ਹਾਂ ਦੀ ਇੰਟਰਫੇਅਰ ਕਿਉਂ ਕਰ ਰਿਹਾ? ਐਂਡ ਡੇ ਟੂ ਡੇ ਅਫੇਅਰਸ, ਕੀ ਪੰਜਾਬ ਦੇ ਬੱਚਿਆਂ ਨੂੰ, ਕੀ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਦੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ? ਕੀ ਗੁਨਾਹ ਕੀਤਾ ਮੁੱਖ ਮੰਤਰੀ ਜੀ ਨੇ? ਜੇ ਅੱਜ ਸਿੰਗਾਪੁਰ ਦੁਨੀਆ 'ਚ ਮੰਨਿਆ ਪ੍ਰਮੰਨਿਆ ਸਟੱਡੀ ਦਾ ਹੱਬ ਹੈ, ਵਰਲਡ ਸਤਰ ਦੀ ਐਜੂਕੇਸ਼ਨ ਉੱਥੇ ਪੜ੍ਹਾਈ ਜਾਂਦੀ, ਦਿੱਤੀ ਜਾਂਦੀ ਆ, ਜੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਪੰਜਾਬ ਦੇ ਟੀਚਰ ਸਾਹਿਬਾਨਾਂ ਨੂੰ, ਪੰਜਾਬ ਦੇ ਬੱਚਿਆਂ ਦਾ ਸਿੱਖਿਆ ਦਾ ਪੱਧਰ ਦੁਨੀਆ ਦੇ ਸਤਰ ਤੇ ਲਿਜਾਣ ਵਾਸਤੇ ਜੇ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਕੀਤਾ ਆ, ਤੇ ਇਹ 'ਚ ਕਿਹੜਾ ਗੁਨਾਹ ਕੀਤਾ? ਕੀ ਅਨਕਨਸਟੀਟਿਊਸ਼ਨਲ ਹੈ? ਕੀ ਸੰਵਿਧਾਨਿਕ ਹੈ? ਦੂਜੀ ਗੱਲ, ਕਿਆ ਪੰਜਾਬ ਦੇ ਉਹ ਗਰੀਬ ਬੱਚੇ, ਅੱਜ ਦਾ ਹੀ ਮੈਂ ਆਰਟੀਕਲ ਅੱਜ ਹੀ ਦਿਖਾ ਦਿੰਦਾ, ਅੱਜ ਹੀ ਖਬਰਾਂ ਲੱਗੀਆਂ ਕਈ ਇੰਗਲਿਸ਼ ਨਿਊਜ਼ਪੇਪਰਾਂ 'ਚ, ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ JEE, IIT, UPSC, IIM, ਜਿੱਥੇ ਰੇੜੀ ਵਾਲੇ, ਆਪਣੇ ਰਿਕਸ਼ੇ ਵਾਲੇ, ਦਿਹਾੜੀਦਾਰ ਮਜ਼ਦੂਰਾਂ ਦੇ ਬੱਚੇ ਇਹ ਐਗਜ਼ਾਮ 'ਚ ਕੰਪੀਟ ਕਰ ਰਹੇ ਆ, ਪਾਸ ਕਰ ਰਹੇ ਆ। ਔਰ ਅੱਜ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਡਿਸੇਬਲ ਬੱਚੇ ਜਿਹੜੇ ਅੱਖਾਂ 'ਚੋਂ ਦੇਖ ਨਹੀਂ ਸਕਦੇ ਸੀ, ਅਰਵਿੰਦ ਕੇਜਰੀਵਾਲ ਜੀ ਦੇ ਸਕੂਲਾਂ 'ਚ ਪੜ੍ਹ ਕੇ JEE ਜਿਹੜਾ ਐਗਜ਼ਾਮ ਪਾਸ ਕੀਤਾ, ਉਹਨਾਂ ਨੇ ਟੌਪ ਕੀਤਾ ਹੈ। ਕਿਆ ਪੰਜਾਬ ਦੇ ਬੱਚਿਆਂ ਨੂੰ ਅਧਿਕਾਰ ਨਹੀਂ ਹੈ? ਕਿਆ ਪੰਜਾਬ ਦੇ ਬੱਚੇ ਅੱਛੀ ਐਜੂਕੇਸ਼ਨ ਨਹੀਂ ਲੈ ਸਕਦੇ? ਔਰ ਇਹ ਕੀ ਅੱਜ ਤੱਕ ਕਿਹੜੇ ਸਟੇਟ 'ਚ ਇਸ ਤਰੀਕੇ ਨਾਲ ਇੰਟਰਫੇਅਰ ਕੀਤਾ? ਗਵਰਨਰ ਨੇ ਮੈਨੂੰ ਐਗਜ਼ਾਮਪਲ ਦੱਸ ਦੇਣ, ਪੰਜਾਬ 'ਚ ਕਦੋਂ ਇਸ ਤਰੀਕੇ ਨਾਲ ਡੇ ਟੂ ਡੇ ਅਫੇਅਰ 'ਚ ਸਰਕਾਰ ਦੇ ਗਵਰਨਰ ਜਿਹੜਾ ਆ ਉਹ ਇੰਟਰਫੇਅਰ ਕਰਦਾ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਇੱਕ ਆਟੋਨਮੀ ਹੈ, ਆਟੋਨੋਮਸ ਬਾਡੀ ਹੈ। ਉਸ ਆਟੋਨੋਮੀ ਬਾਡੀ ਨੇ ਇੱਕ ਉੱਗੇ ਸਾਇੰਟਿਸਟ ਨੂੰ ਜੇ ਵਾਈਸ ਚਾਂਸਲਰ ਲਾਤਾ ਤੇ ਗਵਰਨਰ ਸਾਹਿਬ ਨੂੰ ਕਾਹਦੀ ਤਕਲੀਫ ਹੋਈ? ਕੀ ਗਵਰਨਰ ਸਾਹਿਬ ਜਵਾਬ ਦੇ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ? ਜੇ ਗਵਰਨਰ ਸਾਹਿਬ ਨੇ ਰਾਜਨੀਤੀ ਕਰਨੀ ਹੈ, ਮੈਂ ਬੜਾ ਸਪਸ਼ਟ ਕਹਿਣਾ, ਗਵਰਨਰ ਸਾਹਿਬ ਇਲੈਕਟੋਰਲ ਪੋਲਿਟਿਕਸ 'ਚ ਆ ਜਾਓ। ਇਹ ਬਿਹਾਈਂਡ ਦਾ ਕਰਟਨ ਇਸ ਤਰੀਕੇ ਨਾਲ ਅਸੀਂ ਜਰਾਂਗੇ ਨਹੀਂ। ਪੰਜਾਬ ਦੇ ਲੋਕਾਂ ਨੇ ਇਸ ਸੰਵਿਧਾਨ ਵਾਸਤੇ, ਇਸ ਆਜ਼ਾਦੀ ਦਾ ਨਿੱਘ ਮਾਣਨ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਸੀਂ ਕੁਰਬਾਨੀ ਦਾ, ਅਸੀਂ ਆਜ਼ਾਦੀ ਦਾ, ਅਸੀਂ ਸੰਵਿਧਾਨ ਦਾ ਮਹੱਤ ਜਿਹੜਾ ਆ ਉਹ ਸਮਝਦੇ ਆ, ਜਾਣਦੇ ਆ। ਇਸ ਕਰਕੇ ਇਸ ਤਰੀਕੇ ਨਾਲ ਜਿਹੜਾ ਤਾਨਾਸ਼ਾਹੀ ਫਰਮਾਨ ਜਿਹੜਾ ਆਖੇ ਜੀ ਇਹਨਾਂ ਨੇ ਫਲਾਣੇ ਅਫਸਰ ਨੂੰ ਪ੍ਰਮੋਟ ਕਰਤਾ, ਇਹਨਾਂ ਨੇ ਜੀ ਫਲਾਣੇ ਅਫਸਰ ਨੂੰ ਉੱਥੇ ਡਿਊਟੀ ਲਗਾਤੀ, ਫਲਾਣਾ ਕਮਿਸ਼ਨਰ ਲਗਾਤਾ। ਮੈਂ ਗਵਰਨਰ ਸਾਹਿਬ ਨੂੰ ਤੁਹਾਡੇ ਰਾਹੀਂ ਸਵਾਲ ਕਰਦਾ, ਜਿਹੜਾ ਬੰਦਾ ਅਕਿਊਜ਼ਡ ਹੈ, ਹੀ ਇਜ਼ ਨਾਟ ਕਨਵਿਕਟਡ, ਕਿਆ ਜਿਹੜਾ ਗਵਰਨਰ ਸਾਹਿਬ ਕੋ ਕੋਈ ਅਥਾਰਟੀ ਹੈ ਕਿਸੇ ਬੰਦੇ ਤੇ ਅਗਰ ਕੋਈ ਝੂਠੇ ਸੱਚੇ ਐਲੀਗੇਸ਼ਨ ਲੱਗ ਗਏ ਉਹਨੂੰ ਕਨਵਿਕਟ ਸਾਬਿਤ ਕਰ ਦੇਣ? ਪੰਜਾਬ ਸਰਕਾਰ ਨੇ ਡਿਊ ਪ੍ਰੋਸੈਸ ਫਾਲੋ ਕੀਤਾ ਹੈ, ਜਿਹੜੇ ਅਫਸਰ ਦੀ ਅਪਾਇੰਟਮੈਂਟ ਕੀਤੀ ਆ, ਜਿਹੜੇ ਚੇਅਰਮੈਨ ਦੀ ਅਪਾਇੰਟਮੈਂਟ ਕੀਤੀ ਆ। ਤੁਸੀਂ ਕੌਣ ਹੁੰਦੇ ਹੋ ਕਿਸੇ ਵੀ ਬੰਦੇ ਤੇ ਐਲੀਗੇਸ਼ਨ ਦੇ ਆਧਾਰ ਤੇ ਜੁਰਮ ਸਾਬਿਤ ਕਰਨ ਵਾਲੇ? ਕਿਆ ਗਵਰਨਰ ਸਾਹਿਬ ਨੂੰ ਇਹ ਕੋਈ ਅਧਿਕਾਰ ਹੈ? ਇੱਥੇ ਦੇਸ਼ ਦੀ ਸਰਕਾਰ, ਭਾਜਪਾ ਦੀ ਸਰਕਾਰ, ਮੋਦੀ ਸਾਹਿਬ ਦੀ ਕੈਬਨਿਟ 'ਚ ਉਹ ਬੰਦੇ ਬੈਠੇ ਆ ਜਿਨ੍ਹਾਂ ਦੇ ਬੱਚਿਆਂ ਨੇ ਦਿਨ ਦਿਹਾੜੇ ਕਿਸਾਨਾਂ ਦਾ ਕਤਲੇਆਮ ਕੀਤਾ ਹੈ। ਅੱਜ ਤੱਕ ਮੋਦੀ ਸਾਹਿਬ ਨੇ ਉਹਨਾਂ ਨੂੰ ਕੈਬਨਿਟ 'ਚੋਂ ਬਾਹਰ ਨਹੀਂ ਕੀਤਾ। ਇਹ ਕੀ ਤਰੀਕਾ ਹੈ? ਇਸ ਕਰਕੇ ਗਵਰਨਰ ਸਾਹਿਬ ਨੂੰ ਸੰਵਿਧਾਨ ਦੀ ਮਰਿਆਦਾਵਾਂ, ਜਿਹੜਾ ਸਾਡਾ ਇੱਕ ਸਿਸ਼ਟਾਚਾਰ ਹੈ, ਜਿਹੜਾ ਸਾਡਾ ਇੱਕ ਤਰੀਕਾ ਹੈ ਸਟੇਟ ਨੂੰ ਚਲਾਉਣ ਦਾ, ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਔਰ ਇਹ ਕਹਿ ਰਹੇ ਜੀ ਆਖਿਰ ਸੀਐਮ ਸਾਹਿਬ ਨੇ ਟਵੀਟ ਕਰਕੇ ਆਨਸਰ ਦਿੱਤਾ ਹੈ, ਸਵਾਲਾਂ ਦਾ ਜਵਾਬ ਦਿੱਤਾ ਹੈ, ਤੇ ਗਵਰਨਰ ਸਾਹਿਬ ਨੇ ਜਿਹੜਾ ਮੀਡੀਆ ਚਿੱਠੀ ਭੇਜ ਕੇ ਇਹ ਕਿਹੜੀ ਪੱਧਤੀ ਅਪਣਾਈ ਹੈ? ਦੱਸੋ, ਇਹ ਕਿਹੜੀ ਰੀਤ ਅਪਣਾਈ ਹੈ ਗਵਰਨਰ ਸਾਹਿਬ ਨੇ? ਕਿ ਗਵਰਨਰ ਸਾਹਿਬ ਚੀਫ ਮਿਨਿਸਟਰ ਆਫਿਸ ਨਾਲ ਗੱਲਬਾਤ ਨਹੀਂ ਕਰ ਸਕਦੇ ਸੀ? ਦੇਖੋ, ਇਹ ਗੱਲ ਬੜੀ ਸਪਸ਼ਟ ਹੈ, ਪੰਜਾਬ ਦੇ ਲੋਕ ਦੇਖ ਰਹੇ ਆ ਕਿ ਭਾਜਪਾ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨਹੀਂ ਬਣਦੀਆਂ, ਜਿੱਥੇ ਜਿੱਥੇ ਇਹਨਾਂ ਨੂੰ ਲੋਕ ਨਕਾਰ ਦਿੰਦੇ ਆ, ਜਿੱਥੇ ਜਿੱਥੇ ਇਹ ਡੈਮੋਕ੍ਰੈਟਿਕਲੀ ਇਗਨੋਰ ਕੀਤੇ ਜਾਂਦੇ ਆ, ਉੱਥੇ ਇਸੇ ਤਰੀਕੇ ਨਾਲ ਤਾਨਾਸ਼ਾਹੀ ਰੂਪ ਅਖਤਿਆਰ ਕਰਦੇ ਆ। ਆਪਾਂ ਰੀਸੈਂਟਲੀ ਦੇਖ ਲਓ, ਦਿੱਲੀ 'ਚ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਜਿੱਤੀ ਆ। ਲਗਾਤਾਰ 3 ਵਾਰ ਤੋਂ ਮੇਅਰ ਦਾ ਜਿਹੜਾ ਇਲੈਕਸ਼ਨ ਹੈ ਉਹ ਪੋਸਟਪੋਨ ਕੀਤਾ ਜਾ ਰਿਹਾ। ਇਹ ਜੈਤੀ ਨਹੀਂ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਇਸ ਤਰੀਕੇ ਨਾਲ ਦੇਸ਼ ਨਹੀਂ ਚੱਲੂਗਾ ਕਿ ਜੇ ਤੁਹਾਨੂੰ ਲੋਕਾਂ ਨੇ ਬਹੁਮਤ ਨਹੀਂ ਦਿੱਤਾ ਤੇ ਤੁਸੀਂ ਆਪਣੇ ਜਿਹੜੇ ਗਵਰਨਰ ਸਾਹਿਬਾਨ ਹੈ, ਲੈਫਟੀਨੈਂਟ ਗਵਰਨਰ ਸਾਹਿਬਾਨ ਹੈ, ਉਹਨਾਂ ਦਾ ਮਿਸਯੂਜ਼ ਕਰਕੇ ਉਹਨਾਂ ਦੀਆਂ ਪਾਵਰਾਂ ਦਾ
ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ 'ਚ ਦਖਲਅੰਦਾਜ਼ੀ ਦਵਾਂਗੇ? ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਹ ਜਿਹੜੀ ਰੀਤ ਜਿਹੜੀ ਆਪਣਾ ਗਵਰਨਰ ਸਾਹਿਬ ਅਪਣਾ ਰਹੇ ਆ, ਇਹ ਡੈਮੋਕ੍ਰੇਸੀ ਲਈ, ਪ੍ਰਜਾਤੰਤਰ ਲਈ, ਕੌਨਸਟੀਟਿਊਸ਼ਨ ਦੀ ਸਪਿਰਿਟ ਲਈ ਮੈਂ ਸਭ ਤੋਂ ਵੱਡੀ ਗੱਲ ਇੱਥੇ ਕਹਿਣਾ ਚਾਹੁੰਦਾ ਕਿ ਸਪਿਰਿਟ ਆਫ ਕੌਨਸਟੀਟਿਊਸ਼ਨ ਸਮਝੋ। ਅਗਰ ਜੇ ਗਵਰਨਰਾਂ ਨੇ ਹੀ ਦੇਸ਼ ਚਲਾਉਣਾ ਸੀ ਤੇ ਫਿਰ ਆਜ਼ਾਦੀ ਵਾਸਤੇ ਇੰਨੀਆਂ ਕੁਰਬਾਨੀਆਂ ਕਰਨ ਦੀ ਕੀ ਲੋੜ ਸੀ? ਗਵਰਨਰ ਪੈਰਲਰ ਸਰਕਾਰ ਨਹੀਂ ਚਲਾ ਸਕਦੇ। ਗਵਰਨਰ ਇਜ਼ ਏ ਕੌਨਸਟੀਟਿਊਸ਼ਨਲ ਹੈਡ, ਅਸੀਂ ਜਾਣਦੇ ਹਾਂ, ਲੇਕਿਨ ਡੇ ਟੂ ਡੇ ਅਫੇਅਰਸ 'ਚ ਦਖਲਅੰਦਾਜ਼ੀ ਬਿਲਕੁਲ ਨਹੀਂ ਕਰ ਸਕਦੇ। ਇਹ ਵੀ ਸਾਡਾ ਸੰਵਿਧਾਨ ਉਹਦੀ ਸਪਿਰਿਟ ਕਹਿੰਦੀ ਹੈ। ਸੰਵਿਧਾਨ ਨੇ ਹੀ ਜਿਹੜੀ ਕਾਉਂਸਲ ਆਫ ਮਿਨਿਸਟਰਸ ਹੈ, ਕੈਬਨਿਟ ਹੈ, ਜਿਹਦੇ ਹੈਡ ਚੀਫ ਮਿਨਿਸਟਰ ਹੈ, ਉਹਨੂੰ ਇੰਪਾਵਰ ਕੀਤਾ ਹੈ ਅੰਡਰ ਆਰਟੀਕਲ 163। ਆ ਦੇਖ ਰਹੇ ਆਪਾਂ ਜਿਸ ਤਰੀਕੇ ਨਾਲ ਅਡਾਨੀ ਨੇ ਦੇਸ਼ ਦਾ ਸਤਿਆਨਾਸ਼ ਕੀਤਾ ਹੈ। ਔਰ 2 ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ। ਤਕਲੀਫ ਇਹ ਆ, ਮੇਰੇ ਨਾਲ ਡਾਕਟਰ ਸੰਨੀ ਆਹਲੂਵਾਲੀਆ ਜੀ ਬੈਠੇ ਆ ਸਾਡੇ, ਇਹਨਾਂ ਦੀ ਅਗਵਾਈ 'ਚ, ਹਰਚੰਦ ਬਰਸਟ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ 2 ਦਿਨ ਪਹਿਲਾਂ ਚੰਡੀਗੜ੍ਹ 'ਚ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ। ਮੈਂ ਇਹਨਾਂ ਨੂੰ ਕਹੂੰਗਾ ਐਕਸਪਲੇਨ ਕਰਨਗੇ ਕਿਸ ਅਨਡੈਮੋਕ੍ਰੈਟਿਕ ਤਰੀਕੇ ਨਾਲ ਗਵਰਨਰ ਸਾਹਿਬ ਦੀ ਪੁਲਿਸ ਨੇ ਸਾਡੇ ਤੇ ਅਤਿਆਚਾਰ ਕੀਤਾ। ਡਾਕਟਰ ਸਾਹਿਬ ਥੋੜਾ ਐਕਸਪਲੇਨ ਕਰੋ। ਧੰਨਵਾਦ ਕੰਗ ਸਾਹਿਬ। ਦੇਖੋ, ਪਰਸੋਂ ਆਲ ਓਵਰ ਇੰਡੀਆ 'ਚ ਆਮ ਆਦਮੀ ਪਾਰਟੀ ਨੇ ਅਵੇਅਰਨੈਸ ਸਪਰੈਡ ਕਰਨ ਲਈ ਕਿ ਗੌਤਮ ਅਡਾਨੀ ਨੂੰ ਕਿਵੇਂ ਮੋਦੀ ਸਰਕਾਰ ਸਪੋਰਟ ਕਰ ਰਹੀ ਹੈ, ਔਰ ਇੰਨੀਆਂ ਚੀਜ਼ਾਂ ਐਕਸਪੋਜ਼ ਹੋਣ ਦੇ ਬਾਵਜੂਦ ਵੀ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਵੀ ਸਟੇਟਮੈਂਟ ਨਹੀਂ ਆਈ। ਕਈ ਫੋਟੋਆਂ ਤੁਸੀਂ ਦੇਖੀਆਂ, ਕਦੀ ਮੋਦੀ ਸਾਹਿਬ ਉਹਨਾਂ ਦੇ ਜਹਾਜ਼ 'ਚ ਹੁੰਦੇ, ਕਦੀ ਉਹ ਮੋਦੀ ਸਾਹਿਬ ਦੇ ਜਹਾਜ਼ 'ਚ ਹੁੰਦੇ। ਤੇ ਇਹ ਜਿਹੜਾ ਇਹਨਾਂ ਦਾ ਕੰਪਨਸੇਸ਼ਨ ਬਣਿਆ ਹੋਇਆ ਸੀਗਾ, ਜਿਹਨੂੰ ਕੰਪਨਸੇਟ ਕਰਨ ਲਈ ਇੱਕ ਹੀ ਬੰਦੇ ਨੂੰ ਬਾਰ-ਬਾਰ ਇੰਪਰੂਵ ਕੀਤਾ ਗਿਆ। ਉਹਦੀ ਕਹਿੰਦੇ ਆ ਕਿ ਵੀ 37,000 ਕਰੋੜ ਤੋਂ ਕਿੱਥੇ ਅੱਜ 13 ਲੱਖ ਕਰੋੜ ਜਿੰਨੀ ਉਹਦੀ ਜਾਇਦਾਦ ਵਧਾ ਦਿੱਤੀ ਗਈ। ਉਹ ਕਿਉਂ ਸਪੋਰਟ ਕਰਿਆ ਜਾ ਰਿਹਾ? ਜਿਹੜੇ ਦੇਸ਼ 'ਚ, ਆਪਣੇ ਦੇਸ਼ 'ਚ ਤਾਂ ਪ੍ਰਮੋਟ ਕਰਦੇ ਰਹੇ ਆ, ਜਿਹੜੇ ਦੇਸ਼ 'ਚ ਵੀ ਜਾਂਦੇ ਸੀ ਉੱਥੇ ਨਾਲ ਅਡਾਨੀ ਨੂੰ ਲੈ ਕੇ ਜਾਂਦੇ ਸੀ ਤਾਂ ਕਿ ਉਹਨੂੰ ਪ੍ਰਮੋਟ ਕੀਤਾ ਜਾਏ। ਸਭ ਤੋਂ ਪਹਿਲਾਂ ਪੂਰੇ ਦੇਸ਼ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਕਾਂਗਰਸ ਆਪਣੇ ਰਿਸ਼ਤੇਦਾਰਾਂ ਨੂੰ ਅਮੀਰ ਕਰਦੀ ਹੈ, ਮੋਦੀ ਸਰਕਾਰ ਆਪਣੇ ਯਾਰਾਂ ਦੋਸਤਾਂ ਨੂੰ ਅਮੀਰ ਕਰਦੀ ਹੈ। ਇੱਕ ਆਮ ਆਦਮੀ ਪਾਰਟੀ ਹੈ ਜਿਹੜੀ ਜਨਰਲ ਲੋਕਾਂ ਦੀ ਗੱਲ ਕਰਦੀ ਹੈ, ਆਮ ਬੰਦੇ ਦੀ ਗੱਲ ਕਰਦੀ ਹੈ। ਉਹਦੇ ਤਹਿਤ ਇੱਕ ਪ੍ਰੋਟੈਸਟ ਕੀਤਾ ਗਿਆ ਔਰ ਗੌਤਮ ਅਡਾਨੀ ਦੀ ਲਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ ਨੂੰ ਘਿਰਾਵ ਕੀਤਾ ਗਿਆ। ਉਹ ਇਸ ਲਈ ਕੀਤਾ ਗਿਆ ਕਿ ਜਿੰਨੇ ਵੀ ਪੈਸੇ ਕਮਾਉਂਦੇ ਹੈ ਭਾਰਤੀ ਜਨਤਾ ਪਾਰਟੀ ਨੂੰ ਡਿਫਰੈਂਟ ਟਾਈਪ ਦੇ ਫੰਡ ਦਿੱਤੇ ਜਾਂਦੇ। ਇਹਨਾਂ ਦੀ ਜਿਹੜੀ ਜਦ ਇੱਕ ਅਮਰੀਕਨ ਏਜੰਸੀ ਨੇ ਇਹਨੂੰ ਐਕਸਪੋਜ਼ ਕੀਤਾ, ਪੂਰੇ ਦੇਸ਼ ਦੇ ਅੰਦਰ ਰੌਲਾ ਪਿਆ, ਪੂਰੇ ਵਿਦੇਸ਼ਾਂ 'ਚ ਰੌਲਾ ਪਿਆ ਕਿ ਕਿਵੇਂ ਮੌਰੀਸ਼ੀਅਸ 'ਚ ਜਾ ਕੇ 38 ਕੰਪਨੀਆਂ ਪ੍ਰਮੋਟ ਕਰਦੀਆਂ ਅਡਾਨੀ ਗਰੁੱਪ ਨੂੰ, ਔਰ ਕਿਸ ਹਿਸਾਬ ਨਾਲ ਇਹ ਐਕਸਪੋਜ਼ ਹੋਇਆ। ਜਦ ਅਸੀਂ ਦੇਸ਼ ਦੇ ਅੰਦਰ ਪ੍ਰੋਟੈਸਟ ਕੀਤਾ ਤੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਜਦ ਅਸੀਂ ਘਿਰਾਵ ਕਰਨ ਗਏ ਤੇ ਜਿਹੜੀ ਚੰਡੀਗੜ੍ਹ ਪੁਲਿਸ ਹੈ, ਜਿਹੜੀ ਕਿ ਗਵਰਨਰ ਸਾਹਿਬ ਦੇ ਅੰਡਰ ਆਉਂਦੀ ਹੈ, ਜਿਹੜੀ ਕਿ ਐਡਮਿਨਿਸਟ੍ਰੇਟਰ ਦੇ ਅੰਡਰ ਆਉਂਦੀ, ਇੰਨੀ ਬੁਰੀ ਤਰ੍ਹਾਂ ਸਾਡੇ ਯੂਥ ਦੇ ਬੈਠੇ ਨੇ ਬੋਰਡ ਦੇ ਚੇਅਰਮੈਨ, ਇਹਨਾਂ ਦੇ ਹੱਥ ਤੋੜਿਆ ਗਿਆ। ਇੱਧਰ ਰਾਜਗਿੱਲ ਮੈਡਮ ਬੈਠੀ ਹੈ, ਇਹਨਾਂ ਦਾ ਹੱਥ ਤੋੜਿਆ ਗਿਆ। ਸਾਡੀ ਪ੍ਰਭਜੋਤ ਕੌਰ ਮੈਡਮ ਬੈਠੀ ਹੈ, ਇਹਨਾਂ ਦੇ ਉੱਤੇ ਡੰਡੇ ਵਸਾਏ ਗਏ। ਸਾਡੇ ਸਾਰਿਆਂ ਦੇ ਉੱਤੇ ਡੰਡੇ ਮਾਰਨ ਤੋਂ ਬਾਅਦ ਇੰਨੇ ਬੁਰੇ ਤਰੀਕੇ ਨਾਲ ਬੈਰੀਕੇਡਿੰਗ ਖੋਲ ਕੇ ਸਾਡੇ ਉੱਤੇ ਡੰਡੇ ਮਾਰੇ ਗਏ ਬੁਰੀ ਤਰ੍ਹਾਂ, ਔਰ ਤੁਸੀਂ ਸਾਰਿਆਂ ਨੇ ਉਹ ਕਵਰ ਕੀਤਾ। ਕਿਸ ਹਿਸਾਬ ਨਾਲ ਸਾਡੇ ਜ਼ਿਆਦਾ 22 ਬੰਦੇ ਸਾਡੇ ਇੰਜਰਡ ਹੋਏ ਉਸ ਦਿਨ, 22 ਪੀਪਲ ਵਰ ਇੰਜਰਡ ਔਨ ਦੈਟ ਡੇ, ਔਰ ਉਸ ਦੇ ਬਾਵਜੂਦ ਸਾਡੇ ਅਗੇਂਸਟ ਇਹ ਜਿਹੜੀ ਲੀਗਲ ਫੋਰਸ ਹੈਗੀ ਹੈ ਉਹ ਸਾਡੇ ਅਗੇਂਸਟ FIR ਕਰਦੀ ਹੈ। ਔਰ ਉਸ FIR ਦੇ ਅੰਦਰ ਕੀ ਲਿਖਦੀ ਹੈ ਕਿ ਇਹਨਾਂ ਨੇ ਪੁਲਿਸ ਨੂੰ ਮਾਰਿਆ। ਤੁਸੀਂ ਤੁਹਾਡੇ ਕੈਮਰੇ ਨੇ ਸਭ ਕੁਝ ਰਿਕਾਰਡ ਕੀਤਾ, ਪੂਰੇ ਦੇਸ਼ 'ਚ ਪ੍ਰੋਟੈਸਟ ਹੋਇਆ, ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹਰ ਇੱਕ ਜਗ੍ਹਾ ਤੇ ਕੁੱਟਿਆ ਗਿਆ, ਔਰ ਉਸ ਦੇ ਬਾਵਜੂਦ ਇਹ FIR, ਔਰ FIR ਦੇ ਅੰਦਰ ਇਹੋ ਜਿਹੇ ਦਫਾ ਲਿਖਿਆ ਕਿ ਸਾਨੂੰ ਹੁਣ ਨਾਨ ਬੇਲੇਬਲ ਉਹਨਾਂ ਨੇ FIR ਲਾਂਚ ਕਰਤੀ ਸਾਡੇ ਅਗੇਂਸਟ, ਔਰ ਕਹਿੰਦੇ ਕਿ ਇਹਨਾਂ ਨੇ ਸਾਰਾ ਕੁਝ ਇਲੀਗਲ ਕੀਤਾ। ਲੀਗਲ ਫੋਰਸ ਉਹ ਹੈ ਔਰ ਇਲੀਗਲ ਕੰਮ ਉਹ ਕਰਦੇ ਰਹੇ। ਡੰਡੇ ਸਾਡੇ ਬੰਦਿਆਂ ਤੇ ਮਾਰੇ, ਫ੍ਰੈਕਚਰ ਸਾਡੇ ਹੋਏ। ਸਾਨੂੰ ਦੱਸੋ ਉਹਨਾਂ ਦੇ ਕਿਹੜੇ ਬੰਦਿਆਂ ਦੇ ਫ੍ਰੈਕਚਰ ਹੋਏ? ਪਰ ਸਾਡੇ ਬੰਦਿਆਂ ਦੇ ਫ੍ਰੈਕਚਰ ਕਰਨ ਤੋਂ ਬਾਅਦ ਸਾਡੇ ਉੱਤੇ ਹੀ ਇਹ ਕਿਉਂ ਕੀਤਾ ਜਾ ਰਿਹਾ? ਗਵਰਨਰ ਸਾਹਿਬ ਕਿਉਂ ਪੰਜਾਬ ਦੇ ਉੱਤੇ ਪ੍ਰੈਸ਼ਰ ਦੇ ਰਹੇ ਹੈ? ਉਹ ਇੱਕੋ ਰੀਜ਼ਨ ਹੈ ਪ੍ਰੈਸ਼ਰ ਦੇਣ ਦਾ ਕਿ ਉਹ ਪਰੇਸ਼ਾਨ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਦੀ ਪੋਪੂਲੈਰਿਟੀ ਇੰਨੀ ਵੱਧਦੀ ਪਈ ਹੈ, ਔਰ ਪੂਰੇ ਦੇਸ਼ 'ਚ ਆਮ ਆਦਮੀ ਪਾਰਟੀ ਨੂੰ ਲੋਕੀ ਪਸੰਦ ਕਰ ਰਹੇ। ਉਹ ਚਾਹੁੰਦੇ ਨਹੀਂ ਕਿ ਸਾਡੇ ਜਿਹੜੇ ਇੱਕ ਵੋਲੰਟੀਅਰਸ ਨੇ, ਸਾਡੇ ਜਿਹੜੇ ਲੀਡਰਸ ਨੇ, ਉਹਨਾਂ ਨੂੰ ਪੂਰੇ ਦੇਸ਼ ਤੱਕ ਮੈਸੇਜ ਪਹੁੰਚਾ ਸਕਣ। ਔਰ ਡੈਮੋਕ੍ਰੈਟਿਕ ਤਰੀਕੇ ਨਾਲ ਅਸੀਂ ਉੱਥੇ ਪ੍ਰੋਟੈਸਟ ਕਰ ਰਹੇ ਸੀ, ਪਰ ਸਾਡੇ ਉੱਤੇ ਜ਼ੋਰਦਾਰ ਡੰਡੇ ਬਰਸਾਏ ਗਏ, ਔਰ ਉੱਤੋਂ ਸਾਡੇ ਉੱਤੇ FIR ਲਾਂਚ ਕਰ ਦਿੱਤੀ ਗਈ। ਔਰ ਐਸੀ ਥਾਣੇ 'ਚ ਤੀਜੀ FIR ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਨੇ ਕੀਤੀ ਹੈ, ਔਰ ਜਿਹਦੀ ਅਸੀਂ ਨਿੰਦਾ ਵੀ ਕਰਦੇ ਹਾਂ। ਔਰ ਭਾਰਤੀ ਜਨਤਾ ਪਾਰਟੀ ਤੋਂ ਸਵਾਲ ਪੁੱਛਦੇ ਹਾਂ ਕਿ ਗੌਤਮ ਅਡਾਨੀ ਨੂੰ ਇੰਨੀ ਸੇਫਟੀ ਕਿਉਂ ਦਿੱਤੀ ਜਾ ਰਹੀ ਹੈ?
ਇਹੋ ਜਿਹਾ ਕੀ ਕੀਤਾ ਗੌਤਮ ਅਡਾਨੀ ਨੂੰ ਕਿਉਂ ਨਹੀਂ ਤੁਸੀਂ ਅਰੈਸਟ ਕਰ ਲਏ? ਲੋਕਾਂ ਨੇ LIC 'ਚ, ਸਟੇਟ ਬੈਂਕ ਆਫ ਇੰਡੀਆ, ਪੰਜਾਬ ਨੈਸ਼ਨਲ ਬੈਂਕ 'ਚ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਹਦੀ ਡੁੱਬਣ ਦਾ ਖਤਰਾ ਕਿੰਨਾ ਵੱਧ ਚੁੱਕਿਆ, ਕਿਉਂਕਿ ਸਾਰੀ ਮੋਦੀ ਜੀ ਨੇ ਧੱਕਾ ਕਰਕੇ ਉਹਨਾਂ ਦੀ ਇਨਵੈਸਟਮੈਂਟ ਅਡਾਨੀ ਗਰੁੱਪ 'ਚ ਪਈ। ਹੁਣ ਅਡਾਨੀ ਗਰੁੱਪ ਦੇ ਸ਼ੇਅਰ ਜਿਸ ਹਿਸਾਬ ਨਾਲ ਗਿਰਦੇ ਪਏ ਨੇ, ਬਹੁਤ ਵੱਡੀ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਜਾ ਰਹੀ ਹੈ ਦੇਸ਼ ਦੇ ਅੰਦਰ ਗੌਤਮ ਅਡਾਨੀ ਕਰਕੇ। ਪਰ ਸਾਡੇ ਪ੍ਰਧਾਨ ਮੰਤਰੀ ਜੀ ਤੇ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੋਈ ਹੈ। ਔਰ ਅੱਜ ਅਸੀਂ ਐਸੀ ਚੀਜ਼ ਦੇ ਅਗੇਂਸਟ ਅੱਜ ਅਸੀਂ ਪ੍ਰੋਟੈਸਟ ਜਿਹੜਾ ਕੀਤਾ ਸੀਗਾ ਪਰਸੋਂ, ਉਹਦੇ ਅਗੇਂਸਟ ਸਾਡੇ ਕਈ ਵੋਲੰਟੀਅਰਸ ਇੰਜਰ ਹੋਏ ਨੇ। 22 ਤਾਂ ਔਨ ਰਿਕਾਰਡ ਹੈ, ਹੋਰ ਵੀ ਕਾਫੀ ਲੋਕਾਂ ਨੂੰ ਸੱਟਾਂ ਵੱਜੀਆਂ, ਡੰਡੇ ਤੁਹਾਡੇ ਕੈਮਰੇ 'ਚ ਰਿਕਾਰਡ ਹੋਏ ਨੇ। ਅਸੀਂ ਇਹਦੇ ਅਗੇਂਸਟ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਔਰ ਗਵਰਨਰ ਸਾਹਿਬ ਜਿਹੜੇ ਕਹਿੰਦੇ ਵੀ ਮਿਰਰ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ, ਪਰਦੇ ਦੇ ਪਿੱਛੋਂ ਸਾਰਾ ਕੰਮ ਚਲਾ ਰਹੇ, ਅਸੀਂ ਉਹਨੇ ਨਿੰਦਾ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਇਹੋ ਜਿਹੇ ਗਵਰਨਰਸ ਨੂੰ ਰਿਪਲੇਸ ਕਰਨਾ ਚਾਹੀਦਾ ਜਿਹੜੇ ਕਿ ਪੰਜਾਬ ਦੀ ਡੈਮੋਕ੍ਰੇਸੀ ਲਈ ਖਤਰਾ ਬਣ ਕੇ ਅੱਗੇ ਆਏ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਇਹਦੇ ਆ ਵੇਖੋ, ਸਾਡੇ ਇਸੇ ਤਰੀਕੇ ਨਾਲ ਲੇਡੀਜ਼ ਵਿੰਗ ਦੇ ਸਾਡੇ ਪ੍ਰਧਾਨ ਹੈ, ਅੱਜ ਉਹ ਆ ਹੀ ਨਹੀਂ ਸਕੇ ਇਸ ਪ੍ਰੈਸ ਕਾਨਫਰੰਸ ਕਿਉਂਕਿ ਉਹਨਾਂ ਦੇ ਫ੍ਰੈਕਚਰ ਕੀਤੇ ਗਏ ਲੱਤਾਂ ਬਾਹਾਂ ਤੇ। ਔਰ ਲੇਡੀਜ਼ ਤੇ ਇਸ ਤਰ੍ਹਾਂ ਦਾ ਅਤਿਆਚਾਰ, ਇਹ ਡੈਮੋਕ੍ਰੇਸੀ ਹੈ? ਆ ਦੇਖੋ, ਗਵਰਨਰ ਸਾਹਿਬ ਇੱਕ ਸਵਾਲ ਖੜਾ ਕਰ ਰਹੇ, ਆਖਿਆ ਜੀ ਐਡਵਰਟਾਈਜ਼ਮੈਂਟ ਦਾ ਮੈਨੂੰ ਜਿਹੜਾ ਹੈਗਾ ਆ ਵੇਰਵਾ ਦਿੱਤਾ ਜਾਵੇ। ਆ ਉੱਤਰ ਪ੍ਰਦੇਸ਼ ਦੀ ਐਡਵਰਟਾਈਜ਼ਮੈਂਟ ਹੈ, ਯੂਪੀ ਸਰਕਾਰ ਦੀ ਪੰਜਾਬ 'ਚ, ਆ 2 ਦਿਨ ਪਹਿਲਾਂ ਦੀ। ਕਿਆ ਯੂਪੀ ਦੇ ਗਵਰਨਰ ਨੇ ਭਾਜਪਾ ਸਰਕਾਰ ਤੋਂ ਪੁੱਛਿਆ ਸਾਹਿਬ ਕਦੀ? ये दोहरा मापदंड नहीं है, ये दोगला मापदंड नहीं है। और एक मेरा लास्ट सवाल उन्होंने पोलिटिकल पार्टीज नूं है पंजाब दियां नूं, खासकर अकाली दल बादल साहब नूं, कि जिहड़ा अकाली दल दा जन्म फैडरल स्ट्रक्चर वास्ते राज्यां दे वध अधिकारां लई होया सी, और इस टाइम वो भी गवर्नर का साथ दे रहे हैं। पंजाब के लोग इन्हां नूं जवाब देणगे। ये हालात बन गए कि गवर्नर, क्या पंजाब दियां अपोजिशन पार्टियां चाहुंदियां कि गवर्नर रूल करने इस मुल्क ते? क्या डेमोक्रेसी का कोई महत्व नहीं उन्होंने वास्ते? क्या आज़ादी उन्होंने वास्ते कोई मायने नहीं रखती? क्या बाबा साहब अंबेडकर की जिहड़ी कॉन्स्टिट्यूशनल स्पिरिट है, कॉन्स्टिट्यूशन है, उन्होंने वास्ते कोई इंपोर्टेंस नहीं रखती? इन्होंने भी जवाब देना पऊगा। इस करके लास्ट मैं समअप कर रहा, लास्ट इस करके गवर्नर साहब नूं असीं अपील करते हैं, बेनती भी करते हैं, गवर्नर साहब ਦਾ ਜਿਹੜੀ ਉਹਨਾਂ ਦੀ ਮਰਿਆਦਾ ਹੈ ਆਫਿਸ ਦੀ, ਉਹ ਮਰਿਆਦਾ ਔਰ ਡੈਕੋਰਮ ਬਣਾ ਕੇ ਰੱਖਣ। ਇਸੇ ਤਰੀਕੇ ਨਾਲ ਡੈਮੋਕ੍ਰੇਸੀ ਸਰਕਾਰਾਂ ਨਹੀਂ ਚੱਲਦੀਆਂ, ਇਸ ਤਰ੍ਹਾਂ ਦੀ ਇੰਟਰਫੇਰੈਂਸ ਦੀ ਬਰਦਾਸ਼ਤ ਬਿਲਕੁਲ ਨਹੀਂ ਕਰਨੀ।